दुबई के प्रमुख व्यवसायी और परोपकारी लोग अपने घरों जमीनों को गिरवी रखकर खाड़ी देशों में कड़ी मेहनत करके हर मुश्किल समय में नेता बनने के लिए अपने परिवारों को आर्थिक मंदी से बाहर निकालने की मदद कर पाए हैं के प्रयासों के लिए धन्यवाद। भाला ट्रस्ट चैरिटेबल ट्रस्ट के संरक्षक डॉक्टर ACP सिंह ओब्रॉय को पार्थिव शरीर दुबई से श्री गुरु रामदास इंटरनेशनल एयरपोर्ट अमृतसर पहुंचा। इस संबंध में जानकारी साझा करते हुए शरबत दा भला चैरिटेबल ट्रस्ट के संस्थापक डॉक्टर ACP सिंह ओब्रॉय ने कहा कि सुखविंदर सिंह जो अपनी मां का इकलौती संतान है, जो जन्म के 6 महीने बाद विधवा हो गई थी और अपने परिवार की आर्थिक स्थिति सुधारने की कोशिश कर रहा था। कुछ साल पहले वह मजदूरी करने दुबई गया था। उसने बताया कि एक ट्रक ड्राइवर के साथ हेल्पर का काम करता था। मिली जानकारी के अनुसार सुखवीर सिंह का शव पिछले 6 मार्च को मिला था। उन्होंने कहा कि उसी तरह गुरप्रीत सिंह भी अपने सपने पूरे करने के लिए कड़ी मेहनत करने के लिए दुबई आया था, लेकिन कुदरत ने कुछ और होने दिया। उन्होंने कहा कि पीड़ित के दोनों परिवारों ने ट्रस्ट की गुरदासपुर और पटियाला टीमों के माध्यम से उनसे संपर्क किया और BFC का हवाला देकर युवकों का शव भारत भेजने का अनुरोध किया था। अमृतसर से सोनू सोडी की रिपोर्ट। ਕੀ ਨਾਮ ਹੈ ਤੇ ਕਿਹਨਾਂ ਦੀ ਡੈਡ ਬੋਡੀ ਆ ਰਹੀ, ਕੀ ਗੱਲ ਹੋਈ ਸੀ ਸਾਰੀ? ਮੇਰਾ ਨਾਮ ਸਹਿਜਪਾਲ ਸਿੰਘ ਹੈ ਜੀ ਤੇ ਅਸੀਂ ਪਿੰਡ ਗੋਪਾਲਪੁਰ ਜ਼ਿਲ੍ਹਾ ਪਟਿਆਲੇ ਤੋਂ ਰਹਿਣ ਵਾਲੇ ਹਾਂ ਤੇ ਅੱਜ ਤੋਂ ਤਕਰੀਬਨ ਮਹੀਨਾ ਪਹਿਲਾਂ 7 ਤਰੀਕ ਨੂੰ ਸਾਨੂੰ ਪਤਾ ਲੱਗਾ ਸੀਗਾ ਕਿ ਸਾਡੇ ਭਤੀਜਾ ਜੋ ਗੁਰਪ੍ਰੀਤ ਸਿੰਘ ਸੀ ਕਾਰੋਬਾਰ ਕਰਨ ਲਈ ਦੁਬਈ ਗਿਆ ਸੀਗਾ, ਉਹਦੀ ਸਾਇਲੈਂਟ ਅਟੈਕ ਦੇ ਨਾਲ ਮੌਤ ਹੋ ਗਈ ਸੀਗੀ ਜੀ। ਤੇ ਉਸ ਤੋਂ ਬਾਅਦ ਸਾਨੂੰ ਕੋਈ ਰਾਹ ਨਹੀਂ ਸੀ ਦੇਖ ਰਿਹਾ ਵੀ ਅਸੀਂ ਕਿੱਧਰ ਨੂੰ ਜਾਈਏ। ਫਿਰ ਸਾਨੂੰ ਕਿਸੇ ਨੇ ਦੱਸਿਆ ਕਿ SP ਓਬਰਾਏ ਸਾਹਿਬ ਨੂੰ ਜਾ ਕੇ ਮਿਲੋ ਤੇ ਉਹ ਤੁਹਾਡਾ ਹੱਲ ਕਰਨਗੇ। ਉਸੇ ਦਿਨ ਹੀ 7 ਤਰੀਕ ਨੂੰ ਸਾਨੂੰ ਪਤਾ ਲੱਗਾ। 8 ਤਰੀਕ ਅਸੀਂ ਉਹਨਾਂ ਦੇ ਦਫ਼ਤਰ ਅਰਬਨ ਸਟੇਟ ਵਿਜ਼ਿਟ ਕੀਤਾ। ਮੈਂ ਸੀ ਤੇ ਮੇਰਾ ਭਾਂਜਾ ਸੀਗਾ ਨਾਲ। ਉੱਥੋਂ ਸਟਾਫ ਨੇ ਸਾਨੂੰ ਬੜਾ ਸਹਿਯੋਗ ਦਿੱਤਾ ਤੇ SP ਸਾਹਿਬ ਨਾਲ ਉਹਨਾਂ ਦੇ ਸਟਾਫ ਨੇ ਗੱਲ ਕੀਤੀ। ਹਾਲਾਂਕਿ ਉਹਨਾਂ ਦੀ ਵੀ ਪਤਨੀ ਉਸ ਟਾਈਮ ਬਹੁਤ ਢਿੱਲੇ ਸੀਗੇ ਤੇ PGI ਦਾਖਲ ਸੀਗੇ, ਪਰ ਉਹਨਾਂ ਨੇ ਆਪਣੇ ਕੰਮ ਨੂੰ ਆਪਣੀ ਲਾਈਫ ਦੇ ਵਿੱਚ ਵੀ ਇੰਨੀ ਟੈਨਸ਼ਨ ਹੋਣ ਦੇ ਬਾਵਜੂਦ ਵੀ ਸਾਡੀ ਸੁਣੀ ਤੇ ਸਾਨੂੰ ਪੂਰਾ ਭਰੋਸਾ ਦਿੱਤਾ। ਉਹਨਾਂ ਦੇ PA ਸਾਹਿਬ ਨਾਲ ਗੱਲ ਕਰਾਈ ਗਈ ਤੇ ਸਾਰੀ ਕਾਰਵਾਈ ਉਹਨਾਂ ਨੇ ਕੀਤੀ ਹੈ, ਜੋ ਕਿ ਅਸੀਂ ਉਹਨਾਂ ਦਾ ਰਿਣ ਨਹੀਂ ਦੇ ਸਕਦੇ। ਤੇ ਅੱਜ ਸਾਡੇ ਜੋ ਭਤੀਜਾ ਬਾਹਰ ਪੂਰਾ ਹੋ ਗਿਆ ਸੀਗਾ, ਉਹਦੀ ਡੈੱਡ ਬੋਡੀ ਅੱਜ ਸਾਨੂੰ ਸੌਂਪਣ ਵਾਸਤੇ ਪਹੁੰਚੇ ਹੋਏ ਨੇ। ਅਸੀਂ ਸਦਾ ਹੀ ਉਹਨਾਂ ਦੇ ਰਿਣੀ ਰਹਾਂਗੇ, ਕਿਉਂਕਿ ਵਿਦੇਸ਼ਾਂ ਦੇ ਵਿੱਚ ਨੌਜਵਾਨ ਕਮਾਉਣ ਲਈ ਜਾਂਦੇ ਨੇ ਤੇ ਪੂਰੇ ਹੋ ਜਾਂਦੇ ਨੇ, ਪਰ ਵਾਪਸ ਆਉਣ ਦਾ ਕੋਈ ਸਾਨੂੰ ਜ਼ਰੀਆ ਨਹੀਂ ਮਿਲਿਆ। ਤੇ ਅਸੀਂ SP ਓਬਰਾਏ ਸਾਹਿਬ ਜੀ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਹਾਂਜੀ ਸਰ, ਕਿਹਨਾਂ ਵੱਲੋਂ ਬੋਡੀ ਲੈਂਦੀਆਂ, ਕੀ ਮਕਸਦ ਸੀ? ਅੱਜ ਅਸੀਂ ਏਅਰਪੋਰਟ ਤੇ ਆਏ ਹਾਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਡਾਕਟਰ SP ਸਿੰਘ ਓਬਰਾਏ ਜੀ ਦੇ ਯਤਨਾਂ ਸਦਕਾ 2 ਬਹੁਤ ਛੋਟੀ ਉਮਰ ਦੇ ਨੌਜਵਾਨਾਂ ਦੇ ਮ੍ਰਿਤਕ ਸਰੀਰ ਇੱਥੇ ਪਹੁੰਚੇ ਨੇ। ਅਸੀਂ ਏਅਰਪੋਰਟ ਤੋਂ ਰਿਸੀਵ ਕਰਕੇ ਵਾਰਸਾਂ ਨੂੰ ਸੌਂਪੇ ਨੇ, ਜਿਨ੍ਹਾਂ 'ਚ ਇੱਕ 22 ਸਾਲਾਂ ਦਾ ਸੁਖਬੀਰ ਸੀਗਾ, ਜਿਹਦਾ ਆਪਣੀ ਮਾਂ ਦਾ ਇਕਲੌਤਾ ਪੁੱਤ ਸੀ। 6 ਮਹੀਨੇ ਦਾ ਸੀ ਜਦੋਂ ਉਹਦੇ ਪਿਤਾ ਦੀ ਮੌਤ ਹੋ ਗਈ ਤੇ ਨਾਨਕਿਆਂ ਨੇ ਉਹਨੂੰ ਪਾਲਿਆ ਸੀ। ਉਹਦੀ ਦੁਬਈ 'ਚ ਸਮੁੰਦਰ ਕੰਢੇ ਲਾਸ਼ ਮਿਲੀ ਸੀ, ਉੱਥੇ ਡੁੱਬਣ ਕਾਰਨ ਸੁਣ 'ਚ ਆਇਆ ਵੀ ਮੌਤ ਹੋ ਗਈ ਸੀ। ਇੱਕ ਉਹਦੀ ਡੈੱਡ ਬੋਡੀ ਆਈ ਆ। ਦੂਜੀ ਡੈੱਡ ਬੋਡੀ ਆਈ ਆ ਰਾਜਪੁਰੇ ਦੇ ਗੁਰਪ੍ਰੀਤ ਸਿੰਘ ਦੀ, 25 ਸਾਲਾਂ ਦਾ ਸੀਗਾ। ਉਹਦੀ ਵੀ ਉੱਥੇ ਕੋਈ ਕੰਪਨੀ ਗਲਤ ਹੋ ਗਈ ਸੀ, ਮਤਲਬ ਉਹਦੀ ਸੰਗਤ ਗਲਤ ਸੀ, ਜਿਸ ਕਾਰਨ ਉਹ ਕਿਰਾਏ ਪੈ ਗਿਆ। ਉੱਥੇ ਕੁਝ ਕਾਰਨਾਂ ਕਰਕੇ ਉਹਦਾ ਮੌਤ ਦੇ ਕਾਰਨ ਬਣੇ ਜਿਹੜੇ, ਤੇ ਉਹਦੇ ਵਾਰਸਾਂ ਦੋਵਾਂ ਦੇ ਪਰਿਵਾਰਾਂ ਨੂੰ ਅੱਜ ਅਸੀਂ ਇੱਥੇ ਡੈੱਡ ਬੋਡੀਆਂ ਸੌਂਪੀਆਂ। ਹੁਣ ਤੱਕ ਟਰਸਟ ਵੱਲੋਂ ਕਿੰਨੀਆਂ ਡੈਡ ਬੋਡੀ ਲੈਂਦੀਆਂ ਗਈਆਂ ਜੀ ਸਰ? ਇਹਨਾਂ ਅੱਜ ਵਾਲੇ ਜਿਹੜੇ ਨੌਜਵਾਨ ਸੀ, ਇਹਨਾਂ ਸਮੇਤ 299 ਮ੍ਰਿਤਕ ਸਰੀਰ ਵਾਰਸਾਂ ਤੱਕ ਓਬਰਾਏ ਸਾਹਿਬ ਦੇ ਯਤਨਾਂ ਨਾਲ ਪਹੁੰਚ ਚੁੱਕੇ ਨੇ। ਤੇ ਓਬਰਾਏ ਸਾਹਿਬ ਨੇ ਵਿਸ਼ੇਸ਼ ਬੇਨਤੀ ਕੀਤੀ ਆ ਮਾਂ ਪਿਓ ਨੂੰ, ਸਾਰਿਆਂ ਨੂੰ, ਬੱਚਿਆਂ ਨੂੰ ਵੀ, ਨੌਜਵਾਨਾਂ ਨੂੰ, ਵੀ ਉਹ ਪੂਰਾ ਕੰਪਨੀ ਦੀ ਘੋਖ ਕਰਕੇ ਉੱਥੇ ਜਾਣ। ਕਰੋਨਾ ਕਾਲ ਤੋਂ ਮਗਰੋਂ ਉੱਥੇ ਕੰਮਾਂ ਦੇ ਹਾਲਾਤ ਐਡੇ ਬਿਹਤਰ ਨਹੀਂ ਹੈਗੇ ਤੇ ਸਾਡੇ ਮਤਲਬ ਬੱਚੇ ਜਿਹੜੇ ਉੱਥੇ ਨੇ, ਇੱਥੇ ਰੀਝਾਂ ਨਾਲ ਪਾਲੇ, ਉਹ 2 ਡੰਗਾਂ ਦੀ ਰੋਟੀ ਤੋਂ ਵੀ ਅੱਤਰ ਨੇ। ਉੱਥੇ ਜਾ ਕੇ ਕੰਮ ਨਹੀਂ ਮਿਲਦਾ, ਏਜੰਟ ਗਲਤ ਸਬਜ਼ਬਾਜ਼ ਵਿਖਾ ਕੇ ਲੈ ਜਾਂਦੇ ਨੇ ਤੇ ਉੱਥੇ ਜਾ ਕੇ ਉਹ ਕਿਰਾਏ ਪੈ ਜਾਂਦੇ ਨੇ, ਕਰਜ਼ਾ ਚੁੱਕ ਕੇ ਗਏ ਹੁੰਦੇ ਆ, ਫਿਰ ਵਾਪਸ ਆਉਣਾ ਵੀ ਉਹਨਾਂ ਲਈ ਔਖਾ ਹੋ ਜਾਂਦਾ ਹੈ। ਉਹਨਾਂ ਦੀ ਸਾਰਿਆਂ ਨੂੰ ਅਪੀਲ ਆ ਵੀ ਉਹ ਜ਼ਰੂਰ ਸੋਚ ਸਮਝ ਕੇ ਜੇ ਟਰਸਟ ਨਾਲ ਸੰਪਰਕ ਕਰ ਲੈਣ, ਉਹਨਾਂ ਕੋਲ ਕੰਪਨੀ ਵੈਰੀਫਾਈ ਕਰਕੇ ਤੇ ਫਿਰ ਭੇਜਣਾ ਆਪਣੇ ਬੱਚਿਆਂ ਨੂੰ। ਜਿਵੇਂ ਤੁਸੀਂ ਦੱਸਿਆ ਕਿ 299 ਬੋਡੀ ਪਰਿਵਾਰਕ ਮੈਂਬਰ ਜਿਹੜੇ ਹੁੰਦੇ, ਕੋਈ ਹੈਲਪ ਵੀ ਕੀਤੀ ਜਾ ਰਹੀ ਹੈ? ਜਿਹੜੇ ਅਸੀਂ ਵੇਖਦੇ ਹਾਂ ਏਅਰਪੋਰਟ ਤੋਂ, ਫਿਰ ਅੱਗੇ ਜਾ ਕੇ ਜਿੱਥੇ ਜਿਹੜੇ ਜ਼ਿਲ੍ਹੇ ਦਾ ਮ੍ਰਿਤਕ ਸਰੀਰ ਆਉਂਦਾ, ਬੱਚੇ ਸੰਬੰਧਿਤ ਹੁੰਦੇ ਆ, ਉੱਥੋਂ ਦੀਆਂ ਟੀਮਾਂ ਸੰਸਕਾਰ 'ਤੇ ਜਾਂਦੀਆਂ। ਉਹ ਵੇਖ ਕੇ ਪਰਿਵਾਰ ਦੇ ਹਾਲਾਤ ਕੀ ਨੇ, ਉਹਦੇ ਹਿਸਾਬ ਨਾਲ ਉਹਨਾਂ ਦੀ ਜਿਹੜੀ ਮਹੀਨਾਵਾਰ ਪਰਿਵਾਰ ਨੂੰ ਪੈਨਸ਼ਨ ਓਬਰਾਏ ਸਾਹਿਬ ਵੱਲੋਂ ਦਿੱਤੀ ਜਾਂਦੀ ਆ। ਬੱਚੀਆਂ ਦੇ FDਆਂ ਵੀ ਕੀਤੀਆਂ ਗਈਆਂ, ਵਿਆਹ ਦਾ ਖਰਚਾ ਵੀ ਦਿੱਤਾ ਗਿਆ, ਜਿਹੜੇ ਇੱਦਾਂ ਉੱਤੇ ਬਦਨਸੀਬ ਉੱਥੇ ਜਾ ਕੇ ਪੂਰੇ ਹੋ ਜਾਂਦੇ ਆ।
ਜੇ ਅੱਜ ਦੀ ਗੱਲ ਕਰਾਂ ਤੇ ਅੱਜ ਇੱਥੇ ਸੁਖਬੀਰ ਦੀ ਜਿਹੜੀ ਇਕਲੌਤੀ ਮਾਂ ਰਹਿ ਗਈ ਆ, ਉਹਦੇ ਲਈ 2000 ਰੁਪਏ ਦਾ ਮੌਕੇ ਤੇ ਐਲਾਨ ਕੀਤਾ ਭਾਜੀ ਨੇ ਤੇ 2000 ਰੁਪਈਆ ਮਹੀਨਾਵਾਰ ਉਹਦੀ ਮਦਰ ਨੂੰ ਪੈਨਸ਼ਨ ਦਿੱਤੀ ਜਾਵੇਗੀ ਗੁਜ਼ਾਰੇ ਲਈ, ਜਿਹਦਾ ਪਹਿਲਾ ਚੈੱਕ ਕੱਲ੍ਹ ਉੱਥੇ ਗੁਰਦਾਸਪੁਰ ਟੀਮ ਸੰਸਕਾਰ ਮੌਕੇ ਸੌਂਪ ਦਊਗੀ।